once again, welcome to my YouTube channel. Just do it for a bright future. Today, I am discuss about to the class 8th lesson number 9th. This is a part of history. This is the first lesson of the history part. When, where, and how. In this chapter, I will discuss about to the important points of this chapter, and also we are discuss about to the very short question answer in the end of the video. Now we are starting from this session. The first is when and how and where. ਕਦੋਂ ਕਿੱਥੇ ਤੇ ਕਿਵੇਂ ਵੀ ਜਿਹੜੀ ਇਤਿਹਾਸ ਆ ਜਿਹੜਾ ਉਹ ਆ ਹਿਸਟੋਰੀਕਨਸ ਨੇ ਜਿਵੇਂ ਇਤਿਹਾਸਕਾਰ ਨੇ ਉਹਨਾਂ ਨੇ 3 ਪਾਰਟਸ ਦੇ ਵਿੱਚ ਡਿਵਾਈਡ ਕੀਤਾ ਸਾਡੀ ਹਿਸਟਰੀ ਨੂੰ। ਫਸਟ ਹੈਗਾ ਐਂਸ਼ੀਐਂਟ ਪੁਰਾਣੀ, ਮਿਡਵਲ ਤੇ ਫਿਰ ਦੈਨ ਮਾਡਰਨ। ਜਿਹੜਾ 8th ਪਾਰਟ ਦੇ ਵਿੱਚ ਅਸੀਂ ਕਿਹੜਾ ਪੜ੍ਹ ਰਹੇ ਹਾਂ ਮਾਡਰਨ ਹਿਸਟਰੀ ਦੇ ਬਾਰੇ ਪੜ੍ਹਾਂਗੇ। ਇਹਦੇ ਵਿੱਚ ਜਿਹੜਾ ਮਾਡਰਨ ਹਿਸਟਰੀ ਦਾ ਪਾਰਟ ਜਿਹੜਾ ਸਟਾਰਟ ਹੁੰਦਾ ਉਹ ਕਿੰਨਵੀਂ ਸਦੀ ਤੋਂ ਜਦੋਂ ਯੂਰਪੀਅਨਸ ਦੇ ਵਿੱਚ 16th ਸੈਂਚੁਰੀ ਚੱਲਦੀ ਜਾਣੀ ਕਿ 1700 ਈਸਵੀ ਦੇ ਵਿੱਚ ਚੱਲ ਰਿਹਾ ਹੋਣਾ ਵਾ। ਉਦੋਂ ਜਦੋਂ ਇੰਡੀਆ ਦੇ ਵਿੱਚ ਯੂਰਪੀਅਨ ਲੋਕ ਪਹੁੰਚੇ ਤਾਂ ਉਦੋਂ ਦੇ ਵਿੱਚ ਅਸੀਂ ਮਾਡਰਨ ਹਿਸਟਰੀ ਦਾ ਇੱਕ ਪਾਰਟ ਬਣ ਚੁੱਕਿਆ ਵਾ। ਇਦੋਂ ਪਹਿਲਾਂ ਜਿਹੜੇ ਮੁਗਲ ਸੀਗੇ 16th ਸੈਂਚੁਰੀ ਤੋਂ ਪਹਿਲਾਂ ਉਹ ਸਾਰੇ ਮਿਡਲ ਏਜ ਦੇ ਵਿੱਚ ਯਾਨੀ ਕਿ ਮਿਡਲ ਪੀਰੀਅਡ ਆਫ ਦੇ ਵਿੱਚ ਆਉਂਦੇ ਆ ਤੇ ਉਦੋਂ ਬਾਅਦ ਜਿਹੜੀ ਵੀ ਆ ਉਹ ਸਾਰੀ ਸਾਡੀ ਮਾਡਰਨ ਹਿਸਟਰੀ ਆ ਟਿਲ 21th ਸੈਂਚੁਰੀ ਤੱਕ। ਇਹਦੇ ਵਿੱਚ ਕੀ ਆ ਜਿਹੜੇ ਮੁਗਲ ਸੀਗੇ 16ਵੀਂ ਸਦੀ ਦੇ ਵਿੱਚ ਜਿਹੜੇ ਮੁਗਲ ਰੂਲਰ ਸੀਗੇ ਬਾਬਰ, ਹਿਮਾਯੂ, ਅਕਬਰ, ਇਹ ਜਿਹੜੇ ਇੰਡੀਆ ਦੇ ਉੱਤੇ ਰਾਜ ਕਰ ਚੁੱਕੇ ਸੀਗੇ ਉਹ ਸਾਰੇ ਮੱਧਕਾਲ ਯਾਨੀ ਕਿ ਮਿਡਲ ਪੀਰੀਅਡ ਦੇ ਵਿੱਚ ਆ ਚੁੱਕੇ ਸੀਗੇ ਤੇ ਵਰਲਡ ਜਿਹੜਾ ਸੀ ਹੁਣ ਪ੍ਰੋਗਰੈਸ ਕਰਨ ਲੱਗ ਗਿਆ ਸੀ ਵੈਰੀ ਫਾਸਟ ਤੇ ਜਿਹੜੀ ਡਿਵੈਲਪਮੈਂਟ ਸੀਗੀ ਉਹਦੀ ਪਰ ਜਿਹੜੀ ਹਲੇ ਵੀ ਕੀ ਸੀਗੀ ਰੇਸ ਸੀਗੀ ਉਹ ਸਲੋ ਸੀਗੀ। ਇਹ ਸਾਰਾ ਕੁਝ ਸਾਨੂੰ ਪਤਾ ਲੱਗਦਾ ਮਾਡਰਨ ਹਿਸਟਰੀ ਦੇ ਵਿੱਚੋਂ ਹੀ। ਜਿਹੜਾ ਮਾਡਰਨ ਹਿਸਟਰੀ ਸੀਗੀ ਉਹ 18ਵੀਂ ਸਦੀ ਦੇ ਵਿੱਚ ਜਦੋਂ ਮੁਗਲ ਅੰਪਾਇਰ ਔਰੰਗਜ਼ੇਬ ਦੀ ਡੈਥ ਹੋ ਗਈ ਸੀ ਤਾਂ ਉਦੋਂ ਬਾਅਦ ਜਿਹੜਾ ਮੁਗਲ ਸੀਗੇ ਉਹਨਾਂ ਦੀ ਪਾਵਰ ਜਿਹੜੀ ਸੀ ਉਹ ਖਤਮ ਹੋਣ ਲੱਗ ਗਈ ਸੀ। ਹੁਣ ਨਵੀਆਂ ਪਾਵਰਾਂ ਨੇ ਉਹਨਾਂ ਦੀ ਥਾਂ ਲਈ ਸੀ ਜਿਵੇਂ ਮਰਾਠਾ, ਸਿੱਖ, ਪਠਾਨਸ, ਰਾਜਪੂਤ, ਇਹ ਸਾਰੇ ਉਹਨਾਂ ਦੇ ਨਾਲ ਆ ਗਏ ਸੀਗੇ ਤੇ ਹੁਣ ਇਹ ਇਕੱਠੇ ਹੋ ਕੇ ਇੰਡੀਆ ਦੀ ਇੱਕ ਵੱਡੀ ਪਾਵਰ ਦੇ ਤਰੀਕੇ ਨਾਲ ਕੰਮ ਕਰ ਰਹੇ ਸੀ ਤੇ ਉਸੇ ਤਰੀਕੇ ਨਾਲ ਜਿਹੜੀਆਂ ਫੋਰਨ ਪਾਵਰਾਂ ਸੀਗੀਆਂ ਉਹ ਵੀ ਇੰਡੀਆ ਦੇ ਵਿੱਚ ਆਉਣ ਦੇ ਲਈ ਸਟਾਰਟ ਹੋ ਚੁੱਕੀਆਂ ਸੀ ਜਿਵੇਂ ਪੁਰਤਗਾਲੀਜ਼, ਡੱਚ, ਬ੍ਰਿਟਿਸ਼, ਫਰਾਂਸ। ਇਹ ਜਿਹੜੇ ਸੀਗੇ ਇਹਨਾਂ ਨੇ ਵੀ ਆਪਣੇ ਆਪਣੇ ਜਿਹੜੇ ਅੰਪਾਇਰ ਸੀਗੇ ਉਹ ਇੰਡੀਆ ਦੇ ਵਿੱਚ ਸਟੈਬਲਿਸ਼ ਕਰਨੇ ਸਟਾਰਟ ਕਰ ਦਿੱਤੇ ਤੇ ਇਸੇ ਤਰੀਕੇ ਨਾਲ ਜਿਹੜੀਆਂ ਮਾਡਰਨ ਪਾਵਰਾਂ ਸੀਗੀਆਂ ਉਹ ਕੀ ਹੈ ਇੰਡੀਆ ਦੇ ਵਿੱਚ ਆਉਣੀਆਂ ਸ਼ੁਰੂ ਹੋ ਗਈਆਂ। ਇਸ ਤੋਂ ਬਾਅਦ ਵੀ ਜਿਹੜੀ ਸਾਡੀ ਮਾਡਰਨ ਹਿਸਟਰੀ ਜਿਹੜੀ 18ਵੀਂ ਸਦੀ ਤੋਂ ਬਾਅਦ ਜਿਹੜਾ ਮੁਗਲ ਅੰਪਾਇਰ ਜਿਹੜਾ ਔਰੰਗਜ਼ੇਬ ਸੀਗੇ ਯਾਦ ਰੱਖਣਾ ਵੀ ਜਦੋਂ ਔਰੰਗਜ਼ੇਬ ਦੀ ਡੈਥ ਹੋ ਗਈ ਤਾਂ ਜਿਹੜਾ ਮੁਗਲ ਅੰਪਾਇਰ ਸੀ ਉਹ ਬਿਲਕੁਲ ਟੁੱਟ ਚੁੱਕਾ ਸੀ। ਹੁਣ ਉਹਦੇ ਕੋਲ ਕੋਈ ਇੰਨਾ ਸ਼ਕਤੀਸ਼ਾਲੀ ਰਾਜਾ ਨਹੀਂ ਸੀ। ਔਰੰਗਜ਼ੇਬ ਹੀ ਉਹਨਾਂ ਦਾ ਲਾਸਟ ਰਾਜਾ ਸੀ ਜਿਹੜਾ ਮੁਗਲਾਂ ਦਾ ਸੀਗਾ। ਉਦੋਂ ਬਾਅਦ ਵੀ ਇਹਨਾਂ ਦਾ ਪਤਨ ਹੋਣਾ ਸ਼ੁਰੂ ਹੋ ਗਿਆ ਯਾਨੀ ਕਿ ਇਹ ਕੀ ਸੀ ਖਤਮ ਹੋਣੇ ਸ਼ੁਰੂ ਹੋ ਗਏ ਤੇ ਜਿਹੜੀਆਂ ਨਵੀਆਂ ਪਾਰਟਸ ਆਉਣ ਲੱਗ ਗਏ ਸੀਗੇ। ਇਸ ਤੋਂ ਬਾਅਦ ਜਿਹੜੀ ਮਾਡਰਨ ਹਿਸਟਰੀ ਸਟਾਰਟ ਹੁੰਦੀ ਆ ਉਹ ਯੂਰਪ ਦੇ ਵਿੱਚ 16ਵੀਂ ਸਦੀ ਤੋਂ ਬਿਗਨ ਹੋ ਗਈ ਪਰ ਜਿਹੜੀ ਇੰਡੀਆ ਦੇ ਵਿੱਚ ਜਿਹੜੀ ਸਟਾਰਟ ਹੋਈ ਸੀ ਉਹ 18ਵੀਂ ਸਦੀ ਦੇ ਵਿੱਚ ਸਟਾਰਟ ਹੋਣੀ ਸ਼ੁਰੂ ਹੋ ਗਈ ਸੀਗੀ। ਸੋਸ਼ਲ ਬੁਰਾਈਆਂ ਸੀਗੀਆਂ ਇੰਡੀਆ ਦੇ ਵਿੱਚ ਉਹ ਫੋਰਨ ਸੁਸਾਇਟੀ ਇਸ ਚੀਜ਼ਾਂ ਦਾ ਵਿਰੋਧ ਕਰਦੀ ਹੁੰਦੀ ਸੀ ਪਰ ਜਿਹੜੇ ਸਮਾਜਿਕ ਬੁਰਾਈਆਂ ਸਾਡੀ ਸੁਸਾਇਟੀ ਦੇ ਵਿੱਚ ਪੂਰੀਆਂ ਤਰੀਕੇ ਨਾਲ ਫੈਲ ਚੁੱਕੀਆਂ ਸੀਗੀਆਂ ਉਹਨਾਂ ਨੂੰ ਕਿਸ ਤਰੀਕੇ ਨਾਲ ਰਿਫਾਰਮ ਕਰਨਾ ਸੀਗਾ, ਉਸ ਕਿਸ ਤਰੀਕੇ ਨਾਲ ਅਸੀਂ ਆਪਣੀ ਆਰਥਿਕ ਸਥਿਤੀਆਂ ਨੂੰ ਵਧੀਆ ਬਣਾਉਣਾ ਸੀਗਾ, ਇਹ ਸਾਰੀਆਂ ਚੀਜ਼ਾਂ ਹੁਣ ਇਸ ਜਿਹੜਾ ਮਾਡਰਨ ਪੀਰੀਅਡ ਸੀਗਾ ਇਹਦੇ ਵਿੱਚ ਅਸੀਂ ਡਿਸਕਸ ਕੀਤੀ ਕਿਸ ਤਰੀਕੇ ਨਾਲ ਇੰਡਸਟਰੀ ਸਾਡੀ ਡਿਵੈਲਪ ਹੋਈ, ਕਿਸ ਤਰੀਕੇ ਨਾਲ ਟ੍ਰੇਡ ਡਿਵੈਲਪ ਹੋਇਆ, ਕਿਸ ਤਰੀਕੇ ਨਾਲ ਐਗਰੀਕਲਚਰ ਡਿਵੈਲਪ ਹੋਣੇ ਸ਼ੁਰੂ ਹੋਏ, ਕਿਸ ਤਰੀਕੇ ਨਾਲ ਸਕੂਲ ਸਟਾਰਟ ਹੋਏ, ਕਾਲਜ ਸਟਾਰਟ ਹੋਏ, ਫੋਰਨ ਲੈਂਗੁਏਜ ਨੇ ਕਿਸ ਤਰੀਕੇ ਨਾਲ ਸਾਡੇ ਇੰਡੀਆ ਦੇ ਵਿੱਚ ਆਪਣਾ ਘਰ ਬਣਾਇਆ ਤੇ ਹੌਲੀ ਹੌਲੀ ਜਿਹੜਾ ਇੰਡੀਆ ਦੀ ਜਿਹੜੀਆਂ ਲੈਂਗੁਏਜ ਪਾਰਟ ਸੀਗਾ ਉਹ ਵੈਸਟਰਨ ਐਜੂਕੇਸ਼ਨ ਤੇ ਉਹਦੇ ਲਿਟਰੇਚਰ ਦੇ ਉੱਤੇ ਸਟਾਰਟ ਹੋ ਗਿਆ ਤੇ ਹੌਲੀ ਹੌਲੀ ਜਿਹੜਾ ਸਾਡਾ ਇੰਡੀਆ ਸੀ ਉਹ ਮਾਡਰਨ ਪੀਰੀਅਡ ਦੇ ਵਿੱਚ ਜਾਣਾ ਸ਼ੁਰੂ ਹੋ ਗਿਆ। ਇਹ ਸੀਗੇ ਔਰੰਗਜ਼ੇਬ ਜਿਨ੍ਹਾਂ ਦੇ ਟਾਈਮ ਕੀ ਸੀਗੇ ਜਿਹੜੇ ਇੰਗਲਿਸ਼ਮੈਨ ਸੀਗੇ ਉਹ ਆਏ ਤੇ ਉਹਨਾਂ ਨੇ ਸਿਰਫ ਉਹਨਾਂ ਨੂੰ ਇਸ ਚੀਜ਼ ਦਾ ਭਰਮ ਦਿੱਤਾ ਕਿ ਅਸੀਂ ਕੀ ਹੈ ਇੱਥੇ ਸਿਰਫ ਵਪਾਰ ਕਰਨ ਆਇਆ। ਬਾਅਦ ਵਿੱਚ ਇਹਨਾਂ ਦੀ ਨੀਅਤ ਬਦਲੀ ਤੇ ਕਿਉਂਕਿ ਉਹਨਾਂ ਨੂੰ ਇੰਡੀਆ ਦੇ ਵਿੱਚ ਕਈ ਚੀਜ਼ਾਂ ਦੇਖਣ ਨੂੰ ਵਧੀਆ ਮਿਲੀਆਂ ਜਿਵੇਂ ਸਪਾਈਸਿਸ ਤੇ ਹੋਰ ਮਿਨਰਲਸ ਤਾਂ ਕਰਕੇ ਉਹਨਾਂ ਨੇ ਕੀ ਆ ਇੱਥੇ ਰਹਿਣ ਦਾ ਵਿਚਾਰ ਸੋਚਿਆ। ਨੈਕਸਟ ਹੈ ਵੀ ਜਿਹੜਾ ਸਾਡਾ ਮੇਜਰ ਡਿਵੈਲਪਮੈਂਟ ਕਿਵੇਂ ਹੋਈ ਮਾਡਰਨ ਪੀਰੀਅਡ ਦੇ ਵਿੱਚ। ਜਿਹੜੀ ਮਾਡਰਨ ਡਿਵੈਲਪਮੈਂਟ ਜਿਹੜੀ ਹੋਈ ਸੀ ਉਹ 18ਵੀਂ ਸਦੀ ਦੇ ਵਿੱਚ ਸ਼ੁਰੂ ਹੋਈ ਵੀ ਜਿਹੜਾ ਇੰਡੀਆ ਦੇ ਵਿੱਚ ਹਿਸਟਰੀ ਦਾ ਡਾਰਕੈਸਟ ਪਾਰਟ ਮੰਨਿਆ ਗਿਆ ਵਾ, ਪੀਰੀਅਡ ਮੰਨਿਆ ਗਿਆ ਵਾ ਕਿਉਂਕਿ ਇਹਦੇ ਵਿੱਚ ਕੀ ਸੀਗਾ ਜਿਹੜੇ ਮੁਗਲ ਅੰਪਾਇਰ ਸੀਗੇ ਉਹ ਖਤਮ ਹੋਣੇ ਸ਼ੁਰੂ ਹੋਏ ਤੇ ਉਸ ਸਮੇਂ ਜਿਹੜਾ ਪਾਵਰ ਸੀਗੀਆਂ ਉਹ ਫੋਰਨ ਜਿਹੜੇ ਪੀਪਲ ਸੀਗੇ ਜਿਹੜੇ ਫੋਰਨ ਲੋਕ ਆ ਰਹੇ ਸੀ ਜਿਵੇਂ ਡੱਚ, ਫਰਾਂਸੀਸੀ, ਬ੍ਰਿਟਿਸ਼ਰ ਇਹਨਾਂ ਦੇ ਹੱਥ ਦੇ ਵਿੱਚ ਚਲੀ ਗਈ ਸੀਗੀ ਤਾਂ ਇਹਨਾਂ ਨੂੰ ਐਡਵਾਂਟੇਜ ਮਿਲੀ ਆ ਕਿਸ ਚੀਜ਼ ਦੀ ਆ ਵੀ ਮੁਗਲ ਅੰਪਾਇਰ ਜਿਹੜਾ ਸੀਗਾ ਉਹ ਕਮਜ਼ੋਰ ਹੋ ਚੁੱਕਿਆ ਸੀਗਾ ਕਿਉਂਕਿ ਉਸ ਸਮੇਂ ਜਿਹੜਾ ਸੀਗਾ ਉਦੋਂ ਪਹਿਲਾਂ ਜਿਹੜਾ ਮੁਗਲ ਅੰਪਾਇਰ ਸੀਗਾ ਉਹੀ ਪੂਰੇ ਇੰਡੀਆ ਦੇ ਉੱਤੇ ਰਾਜ ਕਰ ਰਿਹਾ ਸੀ ਪਰ ਹੁਣ ਉਹਨਾਂ ਦੇ
ਖਤਮ ਹੋਣ ਦੇ ਕਰਕੇ ਵੀ ਜਿਹੜਾ ਅੰਗਰੇਜ਼ ਸੀਗੇ ਉਹ ਇੱਥੇ ਰਾਜ ਕਰਨਾ ਸ਼ੁਰੂ ਕਰਨਾ ਚਾਹੁੰਦੇ ਸੀ। 1724 ਦੇ ਵਿੱਚ ਜਿਹੜੇ ਅਜ਼ਾਮ ਉਲ ਮੁਲਕ ਜਿਹੜੇ ਸੀਗੇ ਉਹ ਫਾਊਂਡਰ ਮੰਨੇ ਗਏ। ਇੰਡੀਪੈਂਡੈਂਟ ਹੈਦਰਾਬਾਦ, ਉਹਨਾਂ ਨੇ ਇੱਕ ਹੈਦਰਾਬਾਦ ਨੂੰ ਇੱਕ ਇੰਡੀਪੈਂਡੈਂਟ ਜਿਹੜੀ ਸਟੇਟ ਸੀਗੀ ਉਹ ਬਣਾਇਆ ਤੇ ਉਹਦੇ 'ਤੇ ਰਾਜ ਕਰਨ ਲੱਗੇ। ਫਿਰ ਇਹਦੇ ਕਰਕੇ ਉਹਨਾਂ ਦੀ ਲੈਕ ਆਫ ਕੰਸਿਡਰੇਸ਼ਨ, ਸੈਂਟਰਲ ਪਾਵਰ ਜਿਹੜੀ ਸੀਗੀ ਉਹ ਮੁਰਸ਼ੀਦ ਕੁਰੈਸ਼ੀ ਖਾਨ ਅਤੇ ਅਲੀ ਵਰਦੀ ਖਾਨ ਜਿਹੜੇ ਫਾਊਂਡਰ ਮੰਨੇ ਗਏ ਇੰਡੀਪੈਂਡੈਂਟ ਬੰਗਾਲ ਦੇ। ਤੇ 1739 ਈਸਵੀ ਦੇ ਵਿੱਚ ਜਿਹੜੇ ਸਿੱਦਤ ਖਾਨ ਸੀਗੇ ਉਹਨਾਂ ਨੇ ਅਵਧ ਨੂੰ ਇੰਡੀਪੈਂਡੈਂਟ ਸਟੇਟ ਘੋਸ਼ਿਤ ਕੀਤਾ। ਜਿਹੜਾ ਹੈਦਰਾਬਾਦ ਸੀਗਾ ਉਸ ਤੋਂ ਬਾਅਦ ਸਾਊਥ ਜਿਹੜਾ ਮਸੂਰ ਸਟੇਟ ਸੀਗਾ ਉਹ ਵੀ ਆਪਣਾ ਪ੍ਰੋਗਰੈਸ ਸਟਾਰਟ ਕਰ ਦਿੱਤੀ, ਜਿਹੜੇ ਕਿ ਹੈਦਰ ਅਲੀ ਤੇ ਟੀਪੂ ਸੁਲਤਾਨ ਦੇ ਅੰਡਰ ਆਈ। ਤੇ ਫਿਰ ਜਿਹੜੇ ਮਰਾਠਾ ਸੀਗੇ ਇਹਨਾਂ ਨੇ ਵੀ ਇਸ ਚੀਜ਼ ਦੀ ਸਿਚੁਏਸ਼ਨ ਦਾ ਫਾਇਦਾ ਲਿਆ ਤੇ ਉਹਨਾਂ ਨੇ ਜਿਹੜਾ ਮੁਗਲ ਅੰਪਾਇਰ ਦੀਆਂ ਟੈਰੀਟਰੀ ਸੀਗੀਆਂ ਉਹਨਾਂ ਉੱਤੇ ਅਟੈਕ ਕਰਨਾ ਸ਼ੁਰੂ ਕਰ ਦਿੱਤਾ। ਇਸ ਦਾ ਮਤਲਬ ਕੀ ਸੀਗਾ ਵੀ ਜਿਹੜੇ ਉਸ ਸਮੇਂ ਜਿਹੜਾ ਪਹਿਲਾਂ ਇੰਡੀਆ ਜਿਹੜਾ ਸੀਗਾ ਉਹ ਦਿੱਲੀ ਨੂੰ ਜਿਹੜਾ ਮੇਨ ਮੰਨਿਆ ਜਾਂਦਾ ਸੀਗਾ ਇਹ ਤੋਂ ਪਹਿਲਾਂ, ਯਾਨੀ ਕਿ ਮਿਡਲ ਪੀਰੀਅਡ ਦੇ ਵਿੱਚ। ਪਰ ਜਿਹੜਾ ਦਿੱਲੀ ਸੀਗਾ, ਕਿਉਂਕਿ ਹੁਣ ਜਦੋਂ ਔਰੰਗਜ਼ੇਬ ਜੀ ਦੀ ਡੈਥ ਹੋ ਗਈ ਤਾਂ ਸਾਰੇ ਜਿਹੜੇ ਬੰਦੇ ਸੀਗੇ ਉਹ ਖਿੜਰ ਚੁੱਕੇ ਸੀਗੇ। ਹੁਣ ਉਹਨਾਂ ਤੋਂ ਐਡਾ ਵੱਡਾ ਪੂਰਾ ਇੰਡੀਆ ਸਾਂਭਣਾ ਬਹੁਤ ਮੁਸ਼ਕਿਲ ਹੋ ਰਿਹਾ ਸੀਗਾ, ਕਿਉਂਕਿ ਉਹਨਾਂ ਦੇ ਅਕੋਰਡਿੰਗ ਉਹ ਜਿੱਥੇ ਤੱਕ ਜਾ ਸਕੇ ਉਹਨਾਂ ਦੇ ਅਕੋਰਡਿੰਗ, ਔਰੰਗਜ਼ੇਬ ਦੇ ਅਕੋਰਡਿੰਗ ਸਿਰਫ ਉਹਨਾਂ ਕੁ ਹੀ ਇੰਡੀਆ ਦਾ ਪਾਰਟ ਸੀ। ਉਹ ਕਦੇ ਵੀ ਸਾਊਥ ਦੇ ਤੱਕ ਪਹੁੰਚ ਹੀ ਨਹੀਂ ਸਕੇ ਤੇ ਸਾਊਥ ਦੇ ਰਾਜਾ ਕਦੇ ਵੀ ਨਾਰਥ ਸਾਈਡ ਆ ਹੀ ਨਹੀਂ ਸਕੇ, ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਸੀਗਾ ਵੀ ਇੰਡੀਆ ਦਾ ਪਾਰਟ ਵੀ ਇੱਥੇ ਤੱਕ ਹੈਗਾ ਵਾ। ਤਾਂ ਜਿੰਨਾ ਕੁ ਪਾਰਟ ਸੀਗਾ ਔਰੰਗਜ਼ੇਬ ਨੇ ਉਹਨਾਂ ਕੁ ਸੰਭਾਲ ਕੇ ਰੱਖਿਆ। ਪਰ ਉਸ ਤੋਂ ਬਾਅਦ ਉਹਦੇ ਮਰਨ ਤੋਂ ਬਾਅਦ ਵੀ ਜਿਹੜੀਆਂ ਬਗਾਵਤਾਂ ਹੋਈਆਂ ਤੇ ਸਾਰੇ ਜਿਹੜੇ ਨੇ ਆਪਣੀਆਂ ਇੰਡੀਪੈਂਡੈਂਟ ਸਟੇਟ ਬਣਾ ਕੇ ਆਉਣ ਉਹਨਾਂ ਉੱਤੇ ਰਾਜ ਕਰਨ ਲੱਗੇ। ਤੇ ਜਿਹੜੇ ਯੂਰਪੀਅਨ ਲੋਕ ਸੀਗੇ ਜਿਵੇਂ ਕਿ ਪੁਰਤਗਾਲੀਜ਼, ਡੱਚ, ਫਰਾਂਸੀਸੀ, ਬ੍ਰਿਟਿਸ਼ਰ, ਇਹਨਾਂ ਨੇ ਇਸ ਚੀਜ਼ ਦੀ ਐਡਵਾਂਟੇਜ ਲਈ ਤੇ ਉਹਨਾਂ ਨੇ ਇਹ ਸਿਚੁਏਸ਼ਨ ਦੇਖ ਕੇ ਇੰਡੀਆ ਦੇ ਉੱਤੇ ਰਾਜ ਕਰਨਾ ਸ਼ੁਰੂ ਕੀਤਾ। ਉਹਨਾਂ ਨੂੰ ਤਿੰਨ ਤਰੀਕੇ ਦੇ ਨਾਲ ਉਹਨਾਂ ਨੇ ਲੜਾਈਆਂ ਵੀ ਲੜੀਆਂ, ਜਿਵੇਂ ਫਰਾਂਸ ਤੇ ਬ੍ਰਿਟਿਸ਼ਰ ਦੀ ਲੜਾਈ ਹੋਈ ਸੀਗੀ 1744 ਤੋਂ 1763 ਦੇ ਵਿੱਚ। ਤੇ ਜਿਹੜੇ ਬ੍ਰਿਟਿਸ਼ਰ ਸੀਗੇ ਉਹਨਾਂ ਨੂੰ ਐਡਵਾਂਟੇਜ ਮਿਲੀਆਂ ਕਿਉਂਕਿ ਉਹਨਾਂ ਕੋਲ ਸਮੁੰਦਰੀ ਬੇੜੇ ਸੀਗੇ। ਤੇ ਨੈਕਸਟ ਜਿਹੜਾ ਸੀਗਾ ਵੀ ਮੁਗਲ ਅੰਪਾਇਰ ਜਿਹੜਾ ਫਾਲ ਕਰ ਚੁੱਕਿਆ ਸੀ, ਇੰਡੀਆ ਦੀ ਜਿਹੜੀ ਇਕੋਨਮੀ ਸੀਗੀ ਉਹ ਸਫਰ ਕਰ ਰਹੀ ਸੀਗੀ। ਹੁਣ ਉੱਥੇ ਲਾਅ ਤੇ ਆਰਡਰ ਦੀਆਂ ਕਾਫੀ ਤਰ੍ਹਾਂ ਦੀਆਂ ਪ੍ਰੋਬਲਮ ਆ ਰਹੀਆਂ ਸੀ। ਤਾਂ ਜਿਹੜੇ ਬ੍ਰਿਟਿਸ਼ਰ ਸੀਗੇ ਉਹਨਾਂ ਨੇ ਆਪਣਾ ਇੱਕ ਤਰ੍ਹਾਂ ਦਾ ਇੱਕ ਅਧਿਕਾਰ ਬਣਾਇਆ ਤੇ ਉਹਨਾਂ ਨੇ ਦੱਸਿਆ ਵੀ ਹੁਣ ਅਸੀਂ ਇਹਨਾਂ ਉੱਤੇ ਰਾਜ ਕਰਾਂਗੇ। ਨੈਕਸਟ ਸਟਾਰਟ ਹੋਇਆ ਵੀ ਮੇਨ ਰਿਸੋਰਸਿਸ ਕਿਹੜੇ ਸੀਗੇ ਮਾਡਰਨ ਹਿਸਟਰੀ ਦੇ ਪੀਰੀਅਡ ਦੇ। ਤਾਂ ਉਸ ਸਮੇਂ ਦੀਆਂ ਜਿਹੜੀਆਂ ਬੁੱਕਸ ਸੀਗੀਆਂ, ਉਸ ਸਮੇਂ ਕੀ ਸੀਗਾ ਪ੍ਰਿੰਟਿੰਗ ਪ੍ਰੈਸ ਦੀਆਂ ਜਿਹੜੀਆਂ ਬੁੱਕਸ ਪਬਲਿਸ਼ ਹੋਣੀਆਂ ਸ਼ੁਰੂ ਹੋਈਆਂ ਤੇ ਉਹ ਇੰਗਲਿਸ਼ ਤੇ ਐਜ਼ ਵੈਲ ਐਜ਼ ਹਿੰਦੀ ਜਿਹੜੀ ਇੰਡੀਅਨ ਲੈਂਗੁਏਜ ਸੀਗੀਆਂ ਉਹਨਾਂ ਵਿੱਚ ਵੀ ਸ਼ੁਰੂ ਹੋਈਆਂ। ਇਸ ਦੇ ਨਾਲ ਕੀ ਸੀਗਾ ਵੀ ਉਹਨਾਂ ਦੀ ਨੌਲੇਜ ਦੇ ਵਿੱਚ ਪ੍ਰੋਗਰੈਸ ਹੋਇਆ, ਜਿਵੇਂ ਆਰਟ ਹੋਇਆ, ਲਿਟਰੇਚਰ ਹੋਇਆ, ਸਾਇੰਸ ਹੋਇਆ, ਹਿਸਟਰੀ ਹੋਇਆ, ਮਿਊਜ਼ਿਕ ਹੋਇਆ। ਤਾਂ ਇਹ ਚੀਜ਼ਾਂ ਵੀ ਉਹਨਾਂ ਦੀ ਪ੍ਰੋਗਰੈਸ ਨੂੰ ਇਫੈਕਟ ਕਰ ਰਹੀਆਂ ਸੀ। ਦੂਸਰਾ ਸੀਗਾ ਗੌਰਮੈਂਟ ਡਾਕੂਮੈਂਟ। ਹੁਣ ਜਿਹੜੇ ਗੌਰਮੈਂਟ ਡਾਕੂਮੈਂਟ ਇੰਪੋਰਟੈਂਟ ਰਿਸੋਰਸ ਸੀਗੇ ਮਾਡਰਨ ਹਿਸਟਰੀ ਦੇ, ਇਹਦੀ ਸਟੱਡੀ ਤੋਂ ਸਾਨੂੰ ਪਤਾ ਲੱਗਿਆ ਵੀ ਜਿਹੜਾ ਸਾਡੀ ਇੰਡੀਆ ਦਾ ਪੂਰੀ ਪਾਵਰ ਸੀਗੀ ਉਹ ਕਿਹਨਾਂ ਦੇ ਅੰਡਰ ਸੀਗੀ। ਦੱਸ ਰਹੇ ਨੇ ਜਿਵੇਂ ਬ੍ਰਿਟਿਸ਼ਰ ਸੀਗੇ, ਡੱਚ ਲੋਕ ਸੀਗੇ, ਉਹ ਸਾਰੇ ਇੰਡੀਅਨ ਦੇ ਉੱਤੇ ਰਾਜ ਕਰਦੇ ਸੀਗੇ ਤੇ ਉਹਨਾਂ ਨੇ ਇੰਡੀਆ ਨੂੰ ਕਿਸ ਤਰੀਕੇ ਨਾਲ ਗੁਲਾਮ ਬਣਾਇਆ। ਇਹ ਸਾਰਾ ਕੁਝ ਅਸੀਂ ਇਸ ਹਿਸਟਰੀ ਦੇ ਵਿੱਚ ਪੜ੍ਹਾਂਗੇ। ਨੈਕਸਟ ਹੈਗਾ ਫਿਰ ਉਹਨਾਂ ਨੇ ਰਿਲੀਜਨ ਜਿਹੜਾ ਬ੍ਰਿਟਿਸ਼ਰ ਸੀਗੇ ਉਹਨਾਂ ਨੇ ਇੰਡੀਆ ਦੀ ਸਟੇਟਸ ਨੂੰ ਦੇਖਿਆ, ਉੱਥੇ ਰਿਲੀਜਨ ਦੇਖੇ, ਉਹਨਾਂ ਨਾਲ ਰਿਲੇਸ਼ਨਸ਼ਿਪ ਸਟੈਬਲਿਸ਼ ਕੀਤੇ ਤੇ ਇਸ ਤਰੀਕੇ ਨਾਲ ਉਹਨਾਂ ਨੇ ਇੰਡੀਅਨ ਇਕੋਨਮੀ ਨੂੰ ਆਪਣਾ ਐਕਸਪਲੋਇਟ ਕੀਤਾ। ਨੈਕਸਟ ਹੈਗਾ ਨਿਊਜ਼ਪੇਪਰ, ਮੈਗਜ਼ੀਨ ਐਂਡ ਪੈਂਪਲੇਟਸ। ਫਿਰ ਉਹਨਾਂ ਨੇ ਕੀ ਆ ਨਿਊਜ਼ਪੇਪਰ, ਮੈਗਜ਼ੀਨ ਤੇ ਪੈਂਪਲੇਟ ਦਾ ਵੀ ਇੰਡੀਆ ਦੀ ਹਿਸਟਰੀ ਦੇ ਵਿੱਚ ਸ਼ੁਰੂਆਤ ਹੋਈ, ਜਿਹੜੀ ਡਿਫਰੈਂਟ ਲੈਂਗੁਏਜਸ ਦੇ ਵਿੱਚ ਆਈ। ਉਸ ਸਮੇਂ ਦੇ ਜਿਹੜੇ ਮੇਨ ਨਿਊਜ਼ਪੇਪਰ ਸੀਗੇ ਜਿਵੇਂ ਦਾ ਟ੍ਰਿਬਿਊਨ, ਦਾ ਟਾਈਮਸ ਆਫ ਦਾ ਇੰਡੀਆ, ਇਹ ਸਾਰੇ ਉਸ ਸਮੇਂ ਦੇ ਪਬਲਿਸ਼ਰ ਸੀਗੇ ਜਿਹੜੇ ਹੁਣ ਵੀ ਪਬਲਿਸ਼ ਹੁੰਦੇ ਆ। ਨੈਕਸਟ ਹੈਗਾ ਹਿਸਟੋਰੀਕਲ ਬਿਲਡਿੰਗਸ ਵੀ, ਜਿਵੇਂ ਕਈ ਤਰ੍ਹਾਂ ਦੀਆਂ ਹਿਸਟੋਰੀਕਲ ਬਿਲਡਿੰਗ ਸੀਗੀਆਂ ਮਾਡਰਨ ਹਿਸਟਰੀ ਦੇ ਵਿੱਚ। ਉਹਨਾਂ ਨੇ ਕਈ ਤਰ੍ਹਾਂ ਦਾ ਜਿਹੜੇ ਘਰ ਸੀਗੇ ਜਾਂ ਜਿਵੇਂ ਕਹਿ ਲਓ ਵੀ ਬਿਲਡਿੰਗਾਂ ਦਾ ਨਿਰਮਾਣ ਕਰਵਾਇਆ, ਜਿਵੇਂ ਇੰਡੀਆ ਗੇਟ ਹੋ ਗਿਆ, ਬਿਰਲਾ ਹਾਊਸ ਹੋ ਗਿਆ, ਸੈਕਟਰੀਜ਼ ਹਾਊਸ ਹੋ ਗਿਆ, ਪ੍ਰੈਜ਼ੀਡੈਂਟ ਹਾਊਸ ਹੋ ਗਿਆ, ਪਾਰਲੀਮੈਂਟ ਹਾਊਸ ਹੋ ਗਿਆ। ਇਹ ਸਾਰੇ ਅੰਗਰੇਜ਼ਾਂ ਦੇ ਟਾਈਮ ਦੇ ਬਣੇ ਹੋਏ ਨੇ ਤੇ ਇਹਨਾਂ ਤੋਂ ਸਾਨੂੰ ਉਹਨਾਂ ਦੀ ਟੈਕਨੀਕ ਤੇ ਉਹਨਾਂ ਦੇ ਸਟਾਈਲਸ ਬਾਰੇ ਪਤਾ ਲੱਗਦਾ ਵੀ ਇੰਡੀਅਨ ਜਿਹੜੇ ਲੋਕ ਸੀਗੇ ਉਹਨਾਂ ਦਾ ਆਰਕੀਟੈਕਚਰ ਪਾਸ ਸਮੇਂ ਦੇ ਵਿੱਚ ਕਿੱਦਾਂ ਦਾ ਸੀ। ਫਿਰ ਪੇਂਟਿੰਗ ਐਂਡ ਵੀ, ਹੁਣ ਉਹਨਾਂ ਨੇ ਪੇਂਟਿੰਗ ਕਰਨਾ ਵੀ ਇੱਕ ਇੰਪੋਰਟੈਂਟ ਰਿਸੋਰਸ ਬਣਿਆ ਸਾਡੀ ਹਿਸਟੋਰੀਕਲ ਰਿਸੋਰਸਿਸ ਦਾ। ਇਹਨਾਂ ਤੋਂ ਸਾਨੂੰ ਇਨਫੋਰਮੇਸ਼ਨ ਮਿਲਦੀ ਸੀ ਵੀ ਜਿਹੜਾ ਸਾਡੇ ਇੰਡੀਅਨ ਲੀਡਰ ਸੀਗੇ ਤੇ ਹਿਸਟੋਰੀਕਲ ਪਰਸਨੈਲਿਟੀ ਸੀ ਉਹ ਕਿੱਦਾਂ ਦਾ ਲਾਈਫ ਸਟਾਈਲ ਜਿਉਂਦੇ ਸੀਗੇ। ਨੈਕਸਟ ਹੈ ਤੁਹਾਨੂੰ ਦਿਖਾਇਆ ਜਾ ਰਿਹਾ ਵੀ ਕਿਸ ਤਰੀਕੇ ਸੀ। ਇਹ ਤੁਹਾਨੂੰ ਪਿਕਚਰਸ ਵੀ ਐਜ਼ ਇਟ ਇਜ਼ ਯਾਦ ਰੱਖਣੀਆਂ ਪੈਣਗੀਆਂ, ਜਿਵੇਂ ਫਸਟ ਵਾਲਾ ਹੈ ਪ੍ਰੈਜ਼ੀਡੈਂਟ ਹਾਊਸ ਇਨ ਇੰਡੀਆ, ਫਿਰ ਹੈਗਾ ਪਾਰਲੀਮੈਂਟ ਹਾਊਸ, ਫਿਰ ਹੈਗਾ ਇੰਡੀਆ ਗੇਟ। ਇਹ ਤੁਹਾਨੂੰ ਪਿਕਚਰ ਯਾਦ ਰੱਖਣੇ ਪੈਣੇ ਕਿਉਂਕਿ ਤੁਹਾਨੂੰ ਫਾਈਨਲ ਐਗਜ਼ਾਮ ਦੇ ਵਿੱਚ ਪਿਕਚਰਸ ਆਉਣਗੀਆਂ ਤੇ ਤੁਹਾਨੂੰ ਆਸਕ ਕੀਤਾ ਜਾਏਗਾ ਕੁਐਸਚਨ ਵੀ ਇਹ ਪਿਕਚਰ ਕਿਸ ਚੀਜ਼ ਦੀ ਹੈ, ਤਾਂ ਤੁਸੀਂ ਇਹ ਪਿਕਚਰਸ ਵੀ ਯਾਦ ਰੱਖਣੀਆਂ ਨੇ। ਇਹ ਚੈਪਟਰ ਹੁਣ ਖਤਮ ਹੋ ਚੁੱਕਿਆ ਹੈ। ਹੁਣ ਅਸੀਂ ਗੱਲ ਕਰਾਂਗੇ ਕੁਐਸਚਨ ਆਨਸਰ ਦੀ। ਫਸਟ ਕੁਐਸਚਨ ਆਨਸਰ ਕੀ ਆ, ਵੈਰੀ ਸ਼ਾਰਟ ਕੁਐਸਚਨ ਆਨਸਰ ਕਰ ਰਹੇ ਹਾਂ। In which of the period of the Hindustan has to be divided into the Indian history। ਜਿਹੜੇ ਇੰਡੀਅਨ ਹਿਸਟਰੀ ਦੇ ਵਿੱਚ
ਵੀ ਜਿਹੜਾ ਪੀਰੀਅਡ ਸੀਗਾ ਉਹ ਕਿੰਨੇ ਪਾਰਟਸ ਵਿੱਚ ਡਿਵਾਈਡ ਕੀਤਾ ਹੋਇਆ। ਸਾਨੂੰ ਪਤਾ 3 ਤਰੀਕੇ ਦਾ ਵੰਡਿਆ ਗਿਆ ਸੀਗਾ, ਐਂਸ਼ੀਅੰਟ ਪੁਰਾਣਾ ਸਮਾਂ, ਮਿਡੇਵਲ ਜਿਹੜਾ ਮੱਧਕਾਲ, ਤੇ ਥਰਡ ਸੀਗਾ ਮਾਡਰਨ ਪੀਰੀਅਡ ਵੀ ਜਿਹੜਾ ਹੋਣ ਵਾਲਾ ਅਜੋਕਾ ਸਮਾਂ। ਨੈਕਸਟ ਸੀਗਾ ਵੈਨ ਦੀ ਮਾਡਰਨ ਪੀਰੀਅਡ ਸਟਾਰਟਡ ਇਨ ਇੰਡੀਆ, ਇੰਡੀਆ ਦੇ ਵਿੱਚ ਮਾਡਰਨ ਪੀਰੀਅਡ ਕਦੋਂ ਸਟਾਰਟ ਹੋਇਆ। ਮਾਡਰਨ ਪੀਰੀਅਡ ਜਿਹੜਾ ਇੰਡੀਆ ਦੇ ਵਿੱਚ ਸਟਾਰਟ ਹੋਇਆ ਸੀ ਉਹ 18ਵੀਂ ਸਦੀ ਦੇ ਵਿੱਚ, ਤੇ ਯੂਰਪੀਅਨ ਦੇ ਵਿੱਚ 16ਵੀਂ ਸਦੀ ਦੇ ਵਿੱਚ ਸਟਾਰਟ ਹੋ ਗਿਆ ਸੀਗਾ। ਤੇ ਇਸ ਸਮੇਂ ਜਿਹੜਾ ਔਰੰਗਜ਼ੇਬ ਸੀਗਾ ਉਹਦੀ ਡੈਥ ਦੇ ਨਾਲ ਇਹ ਸਭ ਕੁਝ ਸਟਾਰਟ ਹੋਇਆ। ਨੈਕਸਟ ਹੈਗਾ ਵਾ ਵੈਨ ਦੀ ਇੰਡੀਪੈਂਡੈਂਟ ਸਟੇਟ ਆਫ ਹੈਦਰਾਬਾਦ ਫਾਊਂਡ ਐਂਡ ਹੂ ਵਾਸ ਫਾਊਂਡ, ਵੀ ਹੈਦਰਾਬਾਦ ਦੀ ਸਟੇਟ ਕਦੋਂ ਇੰਡੀਪੈਂਡੈਂਟ ਹੋਈ ਸੀ। 1724 ਈਸਵੀ ਦੇ ਵਿੱਚ ਹੋਈ ਸੀਗੀ। ਇਹਨੂੰ ਨਿਜ਼ਾਮੁਤ ਉਲ ਮੁਲਕ ਨੇ ਇਹਨੂੰ ਇੰਡੀਪੈਂਡੈਂਟ ਸਟੇਟ ਘੋਸ਼ਿਤ ਕੀਤਾ। ਨੈਕਸਟ ਹੈਗਾ ਰਾਈਟ ਡਾਊਨ ਟੂ ਦੀਆਂ ਨੇਮਸ ਆਫ ਟੂ ਦੀਆਂ ਯੂਰਪੀਅਨ ਪਾਵਰਸ ਕਮ ਇਨ ਇੰਡੀਆ ਐਂਡ ਡਿਊਰਿੰਗ ਦੀਆਂ ਮਾਡਰਨ ਪੀਰੀਅਡ, ਮਾਡਰਨ ਪੀਰੀਅਡ ਦੇ ਵਿੱਚ ਕਿਹੜੇ ਤਰ੍ਹਾਂ ਦੀਆਂ ਯੂਰਪੀਅਨ ਦੀਆਂ ਪਾਵਰ ਆਈਆਂ ਸੀ, ਜਿਵੇਂ ਪੁਰਤਗਾਲੀਜ਼, ਡੱਚ, ਫਰਾਂਸੀਜ਼ ਤੇ ਬ੍ਰਿਟਿਸ਼ਰ। ਇਹ ਸਾਰੇ ਜਿਹੜੇ ਬੰਦੇ ਸੀਗੇ ਇਹ ਇੰਡੀਆ ਦੇ ਵਿੱਚ ਆਏ ਸੀ ਰਾਜ ਕਰਨ। ਨੈਕਸਟ ਹੈਗਾ ਵੈਨ ਐਂਡ ਬਾਏ ਹੋਮ ਦੀ ਇੰਡੀਪੈਂਡੈਂਟ ਸਟੇਟ ਆਫ ਦੀ ਅਬਦ ਐਂਡ ਵਾਸ ਫਾਊਂਡ, ਵੀ ਅਬਦ ਇੰਡੀਪੈਂਡੈਂਟ ਸਟੇਟ ਕਿਨੇ ਤੇ ਕਦੋਂ ਇਹਨੂੰ ਇੰਡੀਪੈਂਡੈਂਟ ਸਟੇਟ ਘੋਸ਼ਿਤ ਕੀਤਾ। ਅਬਦ ਇਜ਼ ਡਿਕਲੇਅਰ ਬਾਈ ਦੀ ਇੰਡੀਪੈਂਡੈਂਟ ਸਟੇਟ ਬਾਈ ਦੀ ਸ਼ੱਦਤ ਖਾਨ ਇਨ 1739 AD, ਯਾਨੀ ਕਿ 1739 ਈਸਵੀ ਦੇ ਵਿੱਚ ਸ਼ੱਦਤ ਖਾਨ ਨੇ ਜਿਹੜਾ ਸੀਗਾ ਉਹਨੂੰ ਅਵਧ ਨੂੰ ਇੱਕ ਅਲੱਗ ਤੋਂ ਸਟੇਟ ਘੋਸ਼ਿਤ ਕਰ ਦਿੱਤਾ। ਇਸ ਤਰੀਕੇ ਨਾਲ ਬੰਗਾਲ ਵੀ ਅਲੱਗ ਹੋਇਆ ਸੀਗਾ। ਤੇ ਉਸ ਸਮੇਂ ਜੇਕਰ ਤੁਹਾਨੂੰ ਦੱਸਿਆ ਜਾਵੇ ਕਿ ਇੰਪੋਰਟੈਂਟ ਪਾਰਟ ਆ ਬੰਗਾਲ ਦੇ ਰਿਗਾਰਡਿੰਗ, ਵੀ ਜਿਹੜਾ ਵੈਸਟ ਬੰਗਾਲ ਸੀਗਾ, ਵੈਸਟ ਬੰਗਾਲ ਉਹਨੂੰ ਬਾਅਦ ਵਿੱਚ ਕਹਿਣ ਲੱਗੇ, ਪਹਿਲਾਂ ਬੰਗਾਲ ਹੀ ਸੀਗਾ। ਤੇ ਬੰਗਾਲ ਸਭ ਤੋਂ ਵੱਡਾ ਯਾਨੀ ਕਿ ਉਸ ਸਮੇਂ ਦਾ ਵੀ ਜਿਹੜੇ ਲੋਕ ਸੀਗੇ ਉਹ ਸਭ ਤੋਂ ਪਹਿਲਾਂ ਜਿਹੜੇ ਅੰਗਰੇਜ਼ ਆਏ ਉਹ ਸਮੁੰਦਰੀ ਰਸਤੇ ਦੇ ਨਾਲ ਆਏ, ਤਾਂ ਕਰਕੇ ਜਿਹੜਾ ਬੰਗਾਲ ਸੀਗਾ ਉਹ ਸਭ ਤੋਂ ਮੇਨ ਪੁਆਇੰਟ ਮੰਨਿਆ ਗਿਆ। ਬਾਅਦ ਵਿੱਚ ਜਿਹੜਾ ਉਹਨਾਂ ਨੇ ਆਪਣਾ ਜਿਹੜਾ ਟ੍ਰੇਡ ਸੀਗਾ ਤੇ ਸਾਰੀਆਂ ਚੀਜ਼ਾਂ ਫੈਲਾਉਣੀਆਂ ਸ਼ੁਰੂ ਕੀਤੀਆਂ, ਤੇ ਹੌਲੀ ਹੌਲੀ ਪਹਿਲਾਂ ਤਾਂ ਜਿਹੜੀ ਕਮਰਸ਼ੀਅਲ ਤੇ ਕੈਪੀਟਲ ਇੰਡੀਆ ਦੀ ਮੰਨੀ ਜਾਂਦੀ ਸੀ ਉਹ ਵੈਸਟ ਬੰਗਾਲ ਨੂੰ ਮੰਨਿਆ ਜਾਂਦਾ ਸੀ। ਉਸ ਸਮੇਂ ਸੋਚਿਆ ਜਾਂਦਾ ਸੀ, ਜਿਵੇਂ ਮੁਗਲ ਸੀਗੇ ਉਹਨਾਂ ਦੇ ਟਾਈਮ ਇਹ ਸੋਚਿਆ ਜਾਂਦਾ ਹੁੰਦਾ ਸੀਗਾ ਵੀ ਜੇਕਰ ਦਿੱਲੀ ਨੂੰ ਜਿੱਤ ਲਿਆ ਤਾਂ ਪੂਰੇ ਇੰਡੀਆ ਨੂੰ ਜਿੱਤ ਲਿਆ, ਤੇ ਅੰਗਰੇਜ਼ਾਂ ਦੇ ਟਾਈਮ ਯਾਨੀ ਕਿ ਮਾਡਰਨ ਹਿਸਟਰੀ ਦੇ ਵਿੱਚ ਇਹ ਸੋਚਿਆ ਜਾਂਦਾ ਸੀ ਜੇਕਰ ਬੰਗਾਲ ਨੂੰ ਜਿੱਤ ਲਿਆ ਤਾਂ ਪੂਰੇ ਇੰਡੀਆ ਨੂੰ ਜਿੱਤ ਲਿਆ, ਕਿਉਂਕਿ ਬੰਗਾਲ ਦਾ ਏਰੀਆ ਬਹੁਤ ਵੱਡਾ ਸੀਗਾ ਉਸ ਸਮੇਂ। ਆਈ ਹੋਪ ਤੁਹਾਨੂੰ ਇਹ ਜਿਹੜਾ ਸੈਸ਼ਨ ਹੈ ਪਸੰਦ ਆਇਆ ਹੋਵੇਗਾ। ਨੈਕਸਟ ਸੈਸ਼ਨ ਦੇ ਵਿੱਚ ਅਸੀਂ ਇਹਦੇ ਸ਼ਾਰਟ ਕੁਐਸਚਨ ਆਨਸਰ ਕਰਾਂਗੇ। ਤੇ ਜੇਕਰ ਮੇਰੇ ਚੈਨਲ ਦੇ ਉੱਤੇ ਕੋਈ ਫਸਟ ਟਾਈਮ ਆਏ ਹੋਏ ਤਾਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ। Just do it for a bright future and share with others so they will be also gaining their knowledge. Thanks a lot watching for my session.